हाँ जी मेरे प्यारे विद्यार्थियों, ਅੱਜ ਆਪਾਂ ਕਰਾਂਗੇ ਕਿਰਤ ਤੇ ਮਿੱਠਾ ਬੋਲਣਾ ਦੇ ਸ਼ਾਰਟ ਕੁਐਸਚਨ। ਇਸ ਤੋਂ ਪਹਿਲਾਂ ਤੁਸੀਂ ਆਪਾਂ ਜਿਹੜਾ ਪੁਰਾਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਸਾਰੇ ਚੈਪਟਰ ਕੰਪਲੀਟ ਕਰਵਾ ਚੁੱਕੇ ਹਾਂ ਤੇ ਤੁਹਾਨੂੰ ਹੁਣ ਤੱਕ ਪਤਾ ਵੀ ਲੱਗ ਚੁੱਕਿਆ ਹੋਣਾ ਕਿ ਅਸੀਂ ਕਿਹੜੇ ਚੈਪਟਰ ਜਿਹੜੇ ਹੈਗੇ ਆ ਸਿਲੇਬਸ ਦੇ ਵਿੱਚ ਕਰਨੇ ਆ। ਹੁਣ ਆਪਣਾ ਅੱਜ ਦਾ ਚੈਪਟਰ ਹੈ ਕਿਰਤ ਤੇ ਮਿੱਠਾ ਬੋਲਣਾ। ਇਸ ਦੇ ਆਪਾਂ ਜਿੰਨੇ ਵੀ ਮੈਂ ਕੋਸ਼ਿਸ਼ ਕੀਤੀ ਹੈ ਕਿ ਸ਼ਾਰਟ ਕੁਐਸਚਨ ਤੁਹਾਡੀ ਬੁੱਕ ਦੇ ਵਿੱਚੋਂ ਨਿਕਲ ਸਕਦੇ ਆ ਉਹਨਾਂ ਨੂੰ ਕੱਢਿਆ। ਪਹਿਲਾ ਕੁਐਸਚਨ ਹੈ ਕਿਰਤ ਤੇ ਮਿੱਠਾ ਬੋਲਣਾ ਕਿਸ ਦੀ ਰਚਨਾ ਹੈ? ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਆਨਸਰ ਕੀ ਹੈ ਇਸਦਾ? ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ। ਅਗਲਾ ਕੁਐਸਚਨ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਕੋਈ ਨੋਟਬੁੱਕ ਹੈ ਤਾਂ ਤੁਸੀਂ ਉਸ ਦੇ ਉੱਤੇ ਆਪਣੇ ਨਾਲ ਦੀ ਨਾਲ ਇਹੀ ਕੁਐਸਚਨ ਜੋ ਨੋਟ ਕਰਦੇ ਰਹੋ ਤਾਂ ਜੋ ਤੁਹਾਨੂੰ ਕਿਸੇ ਟਾਈਮ ਦੇ ਵਿੱਚ ਦਿੱਕਤ ਨਾ ਹੋਵੇ। ਪੇਪਰਾਂ ਦੇ ਵਿੱਚ ਤੁਸੀਂ ਪਹਿਲਾਂ ਇਸ ਤੋਂ ਤਕਰੀਬਨ ਪੜ੍ਹ ਸਕੋ। हाँ जी, दोबारा तो रिपीट कर रही हैं। किरत ते मिठा बोलना किसकी रचना है? आंसर है प्रोफैसर पूरन सिंह दी। अगला क्वेश्चन है व्यक्ति किहड़ी स्थिति विच किसी नूं फिक्का नहीं बोलता? तो आंसर है जदों उसका अंदरला आपा तृप्त हो जाता है, भाव के वह अंदरों खुश होंदा है तो वह किसी नूं फिक्का नहीं बोलता। अगला क्वेश्चन है बुल्लां दी खूबसूरती कदों उजागर हुंदी है? आंसर है ਜਦੋਂ ਵਿਅਕਤੀ ਵੱਲੋਂ ਬੋਲੇ ਸ਼ਬਦ ਸੋਹਣੇ ਹੋਣ। ਆਨਸਰ ਕੀ ਸੀ? ਜਦੋਂ ਵਿਅਕਤੀ ਵੱਲੋਂ ਬੋਲੇ ਸ਼ਬਦ ਸੋਹਣੇ ਹੋਣ। ਅਗਲਾ ਕੁਐਸਚਨ ਹੈ ਦੂਜੇ ਦੀ ਤਾਰੀਫ ਕਰਨ ਵਾਲੇ ਵਿਅਕਤੀ ਦੀ ਸ਼ਖਸੀਅਤ ਕਿਸ ਪ੍ਰਕਾਰ ਦੀ ਹੋ ਜਾਂਦੀ ਹੈ? ਤਾਂ ਆਨਸਰ ਹੈ ਉੱਚੀ ਤੇ ਸੁੱਚੀ। ਉੱਚੀ ਤੇ ਸੁੱਚੀ ਭਾਵ ਕਿ ਉਹ ਅੰਦਰੋਂ ਇੰਨਾ ਕੁ ਤ੍ਰਿਪਤ ਹੁੰਦਾ ਹੈ ਤੇ ਦੂਸਰੇ ਵਿਅਕਤੀ ਨੂੰ ਇੰਨੀ ਕੁ ਖੁਸ਼ੀ ਦਿੰਦਾ ਹੈ ਕਿ ਜਿਸ ਦੇ ਨਾਲ ਉਸਦੀ ਜਿਹੜੀ ਸ਼ਖਸੀਅਤ ਹੈ ਉਹ ਉੱਚੀ ਤੇ ਸੁੱਚੀ ਹੋ ਜਾਂਦੀ ਹੈ। ਅਗਲਾ ਕੁਐਸਚਨ ਹੈ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਸ਼ਬਦ ਕਿਸ ਦੀ ਰਚਨਾ ਹੈ? ਤਾਂ ਆਨਸਰ ਹੈ ਬਾਬਾ ਫਰੀਦ ਜੀ ਦੀ। ਅਗਲਾ ਕੁਐਸਚਨ ਹੈ 10ਵੇਂ ਪਿਆਰੇ ਘਾਹ ਦੇ ਪੱਤਿਆਂ ਇਹ ਵਾਕ ਕਿੱਥੋਂ ਦੇ ਸ਼ਾਇਰ ਨੇ ਵਰਤੇ ਹਨ? ਤਾਂ ਆਨਸਰ ਹੈ ਅਮਰੀਕਾ ਦੇ ਸ਼ਾਇਰ ਨੇ। अगला क्वेश्चन है बनसफे का फुल किस इलाके विच लगता है? तो आंसर है पहाड़ी इलाके विच। इस तो अगे है फुल किहड़े रंग का हुंदा है? मतलब कि बनसफे का फुल किहड़े रंग का हुंदा है? तो आंसर है बैंगनी रंग का। अगला क्वेश्चन है जुकाम खांसी ताप रोग आदि दूर करन लई किहड़ी बूटी वरती जाती है? तो आंसर है बनसफे की बूटी। अगे है शहद की तुलना किस नाल कीती गई है? तो आंसर है बनसफे दे फुल नाल। अगे है समस्त तरबेज दुनिया नू की समझदा है? तो आंसर है जादू दी गली। अगला क्वेश्चन है जादुई दुनिया विच मस्त होके कौन घूमदा है? तो आंसर है समस तरबेज। अगे है 13वां क्वेश्चन वडियाई सिफत सलाह कित्थों उत्पन्न हुंदी है? तो उसका आंसर है अंदरों, मन दे अंदरों। अगे है रब ने रहस्यमय राज की गल कौन करता है? तो उस तो बाद इहदा आंसर आंदा है अमरीकी फिलासफर कांट। मतलब कि अमरीका का फिलासफर है जिसका नाम है कांट। अगला क्वेश्चन है शाह हुसैन किहड़ी गल ना करन दी सलाह दिंदा है? अगे शाह हुसैन किहड़ी गल ना करन दी सलाह दिंदा है? तां उन्हां दा आंसर की है हौसला ना ढाउण वाली। मतलब कि हार ना मनन वाली, हौसला ना ढाउण वाली करैक्ट आंसर है इसदा। अगे है रेखा बोलन नाल की हुंदा है? तां अगला आंसर की है आत्मा ते देह मंदे हो जाते हैं। अगला है किस नू रब दे दरबार चों कढ़िया जाता है? किस नू रब दे दरबार चों कढ़िया जाता है? आंसर है खरवा बोलन वाले नू। खरवा बोलन वाले नू। अगला क्वेश्चन है किस औगण कारण जीवन की गहराई गुआच जाती है? आंसर है दूजियां विच दोष फड़न की कला। अगला क्वेश्चन है मनुख किस कारण दुख सुख भोगदा है? तो आंसर है मनुख 5 ज्ञान इंद्रियां कारण दुख सुख भोगदा है। अगला क्वेश्चन है जदों व्यक्ति दे मन अंदर हनेरा होवे तां ओह किस दी उड़ीक करदा है?
ਜਦੋਂ ਵਿਅਕਤੀ ਦੇ ਮਨ ਅੰਦਰ ਹਨੇਰਾ ਹੋਵੇ ਤਾਂ ਉਹ ਕਿਸ ਦੀ ਉਡੀਕ ਕਰਦਾ ਹੈ? ਤਾਂ ਆਨਸਰ ਹੈ ਮਹਾਪੁਰਖ ਦੀ। ਅਗਲਾ ਕੁਐਸਚਨ ਹੈ, ਭੱਤਿਆਂ ਦੀ ਗੱਲ ਕਿਸ ਗੁਰੂ ਨੇ ਕੀਤੀ ਹੈ? ਤਾਂ ਆਨਸਰ ਹੈ ਗੁਰੂ ਅਮਰਦਾਸ ਜੀ ਨੇ। ਅਗਲਾ ਕੁਐਸਚਨ ਹੈ, ਗੁਰੂ ਅਮਰਦਾਸ ਜੀ ਨੇ ਕਿੰਨੇ ਭੱਤੇ ਦੱਸੇ ਹਨ? ਤਾਂ ਉਹਨਾਂ ਨੇ 3 ਭੱਤੇ ਦੱਸੇ ਹਨ, ਪੱਬਾ ਭਲਾ, ਪੱਬਾ ਭੁੱਲਾ ਤੇ ਪੱਬਾ ਭਾਣਾ। ਤਾਂ ਅਗਲਾ ਕੁਐਸਚਨ ਹੈ, ਗੁਰੂ ਅਮਰਦਾਸ ਜੀ ਨੇ ਭੱਤੇ ਕਿਸ ਨੂੰ ਦਿੱਤੇ? ਤਾਂ ਗੁਰੂ ਅਮਰਦਾਸ ਜੀ ਨੇ ਇਹ 3 ਭੱਤੇ ਬੀਬੀ ਭਾਨੀ ਜੀ ਨੂੰ ਦਿੱਤੇ। ਤਾਂ ਉਸਦਾ ਆਨਸਰ ਅਗਲਾ ਕੁਐਸਚਨ ਇਸ ਚੋਂ ਹੀ ਬਣਦਾ ਕਿ ਗੁਰੂ ਅਮਰਦਾਸ ਜੀ ਨੇ ਇਹ 3 ਭੱਤੇ ਬੀਬੀ ਭਾਨੀ ਜੀ ਨੂੰ ਕਿਸ ਸਮੇਂ ਦਿੱਤੇ? ਤਾਂ ਆਨਸਰ ਕੀ ਆਉਂਦਾ ਉਹਨਾਂ ਦੇ ਵਿਆਹ ਦੇ ਸਮੇਂ। ਤਿੰਨੇ ਭੱਤੇ ਕਿਹੜੇ ਹਨ? ਪੱਬਾ ਭੁੱਲਾ, ਪੱਬਾ ਭਾਣਾ ਤੇ ਪੱਬਾ ਭਲਾ ਕਰਨਾ। ਅਗਲਾ ਕੁਐਸਚਨ ਹੈ, ਉਹ ਪੂਜਨੀਕ ਪ੍ਰਭੂ ਜੋ ਮੇਰਾ ਮਿੱਤਰ ਅਤੇ ਮੇਰਾ ਮਾਲਕ ਹੈ, ਮਿੱਠਾ ਬੋਲਦਾ ਹੈ, ਇਹ ਸ਼ਬਦ ਕਿਸ ਗੁਰੂ ਦੀ ਰਚਨਾ ਹੈ? ਤਾਂ ਆਨਸਰ ਹੈ ਗੁਰੂ ਅਰਜਨ ਦੇਵ ਜੀ ਦੀ। ਦੁਬਾਰਾ ਫਿਰ ਰਿਪੀਟ ਕਰਦੀ ਹਾਂ, ਉਹ ਪੂਜਨੀਕ ਪ੍ਰਭੂ ਜੋ ਮੇਰਾ ਮਿੱਤਰ ਅਤੇ ਮੇਰਾ ਮਾਲਕ ਹੈ, ਮਿੱਠਾ ਬੋਲਦਾ ਹੈ, ਇਹ ਜਿਹੜੇ ਸ਼ਬਦ ਨੇ ਇਹ ਕਿਸ ਗੁਰੂ ਦੀ ਰਚਨਾ ਹੈ? ਗੁਰੂ ਅਰਜਨ ਦੇਵ ਜੀ ਦੀ। ਅਗਲਾ ਕੁਐਸਚਨ ਹੈ, ਇਹ ਸ਼ਬਦ ਕਿਸ ਰਾਗ ਵਿੱਚ ਲਿਖਿਆ ਗਿਆ ਹੈ? ਤਾਂ ਜਿਹੜਾ ਸ਼ਬਦ ਮੈਂ ਤੁਹਾਨੂੰ ਪਹਿਲਾਂ ਬੋਲਿਆ ਸੀ ਕਿ ਉਹ ਪੂਜਨੀਕ ਪ੍ਰਭੂ ਜੋ ਮੇਰਾ ਮਿੱਤਰ ਤੇ ਮੇਰਾ ਮਾਲਕ ਹੈ, ਇਸੇ ਸ਼ਬਦ ਦੀ ਗੱਲ ਕੀਤੀ ਕਿ ਇਹ ਕਿਹੜੇ ਰਾਗ ਵਿੱਚ ਇਸ ਦੀ ਰਚਨਾ ਕੀਤੀ ਗਈ ਹੈ? ਤਾਂ ਉਸ ਰਾਗ ਦਾ ਨਾਮ ਹੈ ਸੋਹੀ ਰਾਗ ਦੇ ਵਿੱਚ। ਤਾਰੀਫ ਕਰਨ ਨਾਲ ਕੀ ਹੁੰਦਾ ਹੈ? ਕੁਐਸਚਨ ਹੈ, ਤਾਰੀਫ ਕਰਨ ਨਾਲ ਕੀ ਹੁੰਦਾ ਹੈ? ਆਨਸਰ ਹੈ ਆਤਮਾ ਪ੍ਰਸੰਨ ਹੁੰਦੀ ਹੈ। ਤਾਰੀਫ ਕਰਨ ਦੇ ਨਾਲ ਆਤਮਾ ਪ੍ਰਸੰਨ ਹੁੰਦੀ ਹੈ। ਅਗਲਾ ਕੁਐਸਚਨ ਹੈ, ਠੱਗ ਤੇ ਫਰੇਬੀ ਅੰਦਰੋਂ ਕਿਹੋ ਜਿਹੇ ਹੁੰਦੇ ਹਨ? ਤਾਂ ਆਨਸਰ ਕੀ ਹੈ? ਠੱਗ ਤੇ ਫਰੇਬੀ ਅੰਦਰੋਂ ਕਸਾਈ ਹੁੰਦੇ ਹਨ। ਅੱਗੇ ਅਗਲਾ ਕੁਐਸਚਨ ਬਣਦਾ ਹੈ ਕਿ ਮਾਂ ਕੀ ਹੈ? ਤਾਂ ਆਨਸਰ ਇਸ ਦਾ ਕੀ ਹੈ? ਮਾਂ ਇੱਕ ਤਾਕਤ ਹੈ। ਮਾਂ ਇੱਕ ਤਾਕਤ ਹੈ। ਅੱਛਾ, ਇਸ ਦੇ ਨਾਲ ਹੀ ਆਪਣੇ ਇਸ ਚੈਪਟਰ ਦੇ ਕਿਰਤ ਤੇ ਮਿੱਠਾ ਬੋਲਣਾ ਦੇ ਜਿਹੜੇ ਸਭ ਤੋਂ ਸ਼ਾਰਟ ਜਿਹੜੇ ਤੁਹਾਨੂੰ ਆਬਜੈਕਟਿਵ ਟਾਈਪ ਕੁਐਸਚਨ ਆਉਣੇ ਨੇ ਉਹ ਖਤਮ ਹੁੰਦੇ ਨੇ। ਜਿੰਨੇ ਕਿ ਮੈਨੂੰ ਲੱਭੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਜਿਹੜੇ ਹੈਗੇ ਇਹਦੇ ਵਿੱਚ ਜਿੰਨੇ ਵੀ ਕੁਐਸਚਨ ਹੈ ਉਹ ਕੰਪਲੀਟ ਕਰਵਾਏ ਜਾਣ। ਇਸ ਤੋਂ ਅੱਗੇ ਆਪਾਂ ਇਹਨਾਂ ਦੇ ਅੱਗੇ ਜਿਹੜੇ ਲੌਂਗ ਕੁਐਸਚਨ ਹੈ ਉਹਨਾਂ ਬਾਰੇ ਥੋੜ੍ਹੀ ਜਿਹੀ ਤੁਹਾਨੂੰ ਚਰਚਾ ਕਰ ਦਿੰਦੇ ਹਾਂ ਤਾਂ ਜੋ ਤੁਹਾਨੂੰ ਪੜ੍ਹਨ ਦੇ ਵਿੱਚ ਥੋੜ੍ਹਾ ਸੌਖਾ ਹੋਵੇ। ਹਾਂਜੀ, ਇਸ ਦਾ ਲੌਂਗ ਕੁਐਸਚਨ ਦੇ ਵਿੱਚ ਹੈ, ਕਿਰਤ ਦਾ ਮਨੁੱਖ ਦੀ ਸ਼ਖਸੀਅਤ 'ਤੇ ਕੀ ਪ੍ਰਭਾਵ ਪੈਂਦਾ ਹੈ? ਤਾਂ ਉਸ ਦਾ ਆਨਸਰ ਹੈ ਕਿ ਕਿਰਤ ਨਾਲ ਮਨੁੱਖ ਦੀ ਜੋ ਸ਼ਖਸੀਅਤ ਹੈ ਉਹ ਉੱਚੀ ਅਤੇ ਸੁੱਚੀ ਤੇ ਮਿੱਠੀ ਹੋ ਜਾਂਦੀ ਹੈ। ਅਗਲਾ ਕੁਐਸਚਨ ਹੈ, ਗੁਰੂ ਨਾਨਕ ਸਾਹਿਬ ਅਨੁਸਾਰ ਫਿੱਕਾ ਬੋਲਣ ਵਾਲੇ ਮਨੁੱਖ ਦਾ ਕੀ ਹਸ਼ਰ ਹੁੰਦਾ ਹੈ? ਤਾਂ ਗੁਰੂ ਨਾਨਕ ਜੀ ਨੇ ਇੱਕ ਆਪਣੀ ਬਾਣੀ ਦੇ ਵਿੱਚ ਤੁਕ ਲਿਖੀ ਹੋਈ ਹੈ, ਬੜੀ ਮਸ਼ਹੂਰ ਹੈ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਫਿੱਕਾ ਬੋਲਣ ਵਾਲੇ ਦਾ ਜੋ ਤਨ ਤੇ ਮਨ ਹੈ ਉਹ ਦੋਨਾਂ ਤੇ ਸਭ ਤੋਂ ਆਤਮਾ ਜਿਹੜੀ ਹੈਗੀ ਆ ਆਪਣੀ ਮਨੁੱਖੀ ਆਤਮਾ ਉਸਦੀ ਜੋ ਪਵਿੱਤਰਤਾ ਹੈ ਉਸਦੀ ਮਨ ਤੋਂ ਮੰਨੀ ਜਾਂਦੀ ਹੈ। ਤਾਂ ਇੱਥੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਜੋ ਇਨਸਾਨ ਫਿੱਕਾ ਬੋਲਦਾ ਹੈ ਉਹ ਤਨ ਅਤੇ ਮਨ ਦੋਨਾਂ ਪੱਖੋਂ ਹੀ ਫਿੱਕਾ ਹੋ ਜਾਂਦਾ ਹੈ। ਉਸ ਨੂੰ ਪਰਮਾਤਮਾ ਮਤਲਬ ਕਿ ਕਿਸੇ ਵੀ ਉੱਚੇ ਅਹੁਦੇ ਵਿੱਚੋਂ ਜਾਂ ਫਿਰ ਕਿਸੇ ਵੀ ਪਰਮਾਤਮਾ ਦੇ ਵੱਲੋਂ ਤਿਰਸਕਾਰਿਆ ਜਾਂਦਾ ਹੈ, ਭਾਵ ਕਿ ਉਸਨੂੰ ਇੰਨੀ ਮਾਣ ਇੱਜ਼ਤ ਨਹੀਂ ਦਿੱਤਾ ਜਾਂਦਾ। ਤੇ ਦੂਸਰੀ ਗੱਲ ਹੈ, ਉਸਨੂੰ ਬੇਵਕੂਫ ਸਮਝਿਆ ਜਾਂਦਾ ਹੈ, ਉਸਦੇ ਮੂੰਹ ਤੇ ਥੁੱਕਿਆ ਜਾਂਦਾ ਹੈ। ਥੁੱਕਣਾ ਮਤਲਬ ਨੈਚੁਰਲੀ ਥੁੱਕਣਾ ਨਹੀਂ ਹੈਗਾ, ਉਸਦੇ ਵਿੱਚ ਉਹਨਾਂ ਨੇ ਸਿਰਫ ਇੱਕ ਐਗਜ਼ਾਮਪਲ ਦਿੱਤੀ ਕਿ ਉਹਨੂੰ ਥੁੱਕਣੇ ਤੋਂ ਭਾਵ ਉਹਨਾਂ ਨੇ ਲਿਆ ਹੈ ਕਿ ਉਸ ਵਿਅਕਤੀ ਨੂੰ ਸਮਾਜ ਦੇ ਵਿੱਚੋਂ ਉਸ ਵਿਅਕਤੀ ਨੂੰ ਉੱਚੇ ਅਹੁਦਿਆਂ ਵੱਲੋਂ ਤਿਰਸਕਾਰਿਆ ਜਾਂਦਾ ਹੈ, ਭਾਵ ਜੋ ਕਿਸੇ ਦਾ ਸਤਿਕਾਰ ਨਹੀਂ ਕਰਦਾ ਉਹ ਖੁਦ ਵੀ ਸਤਿਕਾਰ ਦਾ ਪਾਤਰ ਨਹੀਂ ਬਣਦਾ। ਅਗਲਾ ਹੈ, ਦੂਜੇ ਦੀ ਸਿਫਤ ਸਲਾਹ ਕਰਨ ਨਾਲ ਮਨੁੱਖ ਨੂੰ ਕੀ ਲਾਭ ਹੁੰਦੇ ਹਨ? ਦੂਜੇ ਦੀ ਸਿਫਤ ਸਲਾਹ ਕਰਨ ਨਾਲ ਮਨੁੱਖ ਨੂੰ ਖੁਦ ਦੀ ਸ਼ਖਸੀਅਤ ਉੱਚੀ ਹੁੰਦੀ ਹੈ, ਭਾਵ ਉਹ ਦੂਜੇ ਦੀ ਜਿਸ ਦੀ ਸਿਫਤ ਵੀ ਕਰਦਾ ਹੈ, ਜਿਸ ਦੀ ਤਾਰੀਫ ਕਰਦਾ ਹੈ, ਉਸ ਨੂੰ ਵੀ ਖੁਸ਼ੀ ਪ੍ਰਦਾਨ ਕਰਦਾ ਹੈ ਤੇ ਆਸ-ਪਾਸ ਦੇ ਸੁਣਨ ਵਾਲੇ ਨੂੰ ਵੀ ਖੁਸ਼ੀ ਪ੍ਰਦਾਨ ਕਰਦਾ ਹੈ। ਅੱਗੇ ਹੈ, ਗੁਰੂ ਅਮਰਦਾਸ ਜੀ ਦੇ ਦਿੱਤੇ ਭੱਬਿਆਂ ਵਿੱਚ ਕਿਹੜਾ ਡੂੰਘਾ ਸੁੱਚਾ ਆਚਰਣ ਵਿਦਵਾਨ ਹੈ? ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ
ਤੇ ਉਹਨਾਂ ਨੇ ਤਿੰਨ ਭੱਬਿਆਂ ਦੀ ਗੱਲ ਕੀਤੀ ਹੈ, ਭੱਬਾ ਭੁੱਲਾਂ ਜੀ, ਭੱਬਾ ਭਲਾ ਜੀ ਤੇ ਭੱਬਾ ਭਾਣਾ ਜੀ। ਮਤਲਬ ਕਿ ਤੁਸੀਂ ਕਿਸੇ ਦਾ ਭੱਬਾ ਭਲਾ ਕਰੋ ਤੇ ਉਸਨੂੰ ਭੁੱਲ ਜਾਓ। ਤੇ ਅੱਗੇ ਹੈ ਭੁੱਲਣਾ, ਭੱਬਾ ਭਲਾ ਜੀ ਤੇ ਭੱਬਾ ਭੁੱਲਾ ਜੀ, ਇਹ ਦੋਨੋਂ ਹੀ ਕੋਰਿਲੇਟ ਹੁੰਦੇ ਨੇ ਇੱਕ ਦੂਜੇ ਨਾਲ ਕਿ ਕਿਸੇ ਦਾ ਭਲਾ ਕਰੋ ਤੇ ਉਸਨੂੰ ਮਨ ਵਿੱਚ ਨਾ ਲਿਆਓ, ਕਿਉਂਕਿ ਜਦੋਂ ਆਪਾਂ ਕਿਸੇ ਦਾ ਭਲਾ ਕਰਕੇ ਉਸਨੂੰ ਮਨ ਵਿੱਚ ਵਾਰ-ਵਾਰ ਚਿਤਾਰਦੇ ਹਾਂ ਤਾਂ ਸਾਡੇ ਮਨ ਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ। ਤੇ ਜੋ ਹੰਕਾਰ ਜਿਹੜਾ ਹੈਗਾ ਉਹ ਮਨੁੱਖੀ ਸ਼ਖਸੀਅਤ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ। ਇਸ ਲਈ ਉਹ ਕਹਿੰਦੇ ਨੇ ਭੱਬਾ ਭਲਾ ਜੀ ਤੇ ਭੱਬਾ ਭੁੱਲਾਂ ਜੀ, ਭਲਾ ਕਰਕੇ ਭੁੱਲ ਜਾਓ। ਤੇ ਤੀਜਾ ਉਹਨਾਂ ਨੇ ਸ਼ਬਦ ਵਰਤਿਆ ਹੈ ਭਾਣਾ। ਉਹ ਕਹਿੰਦੇ ਕਿ ਕਈ ਵਾਰੀ ਕੀ ਹੁੰਦਾ, ਫੋਰ ਐਗਜ਼ਾਮਪਲ ਦੱਸ ਰਹੀ ਹਾਂ ਤੁਹਾਨੂੰ, ਕਿ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ, ਭਲਾ ਕਰਨ ਤੋਂ ਬਾਅਦ ਆਪਣੇ ਮਨ ਦੇ ਵਿੱਚ ਆਉਂਦਾ ਕਿ ਮੈਂ ਇਸ ਬੰਦੇ ਦਾ ਭਲਾ ਕੀਤਾ, ਤੇ ਭਾਵ ਕਿ ਮੈਨੂੰ ਵੀ ਉਸਦੇ ਵਿੱਚ ਜਦੋਂ ਆਪਾਂ ਨੂੰ ਕਦੇ ਉਸਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਬੰਦਾ ਆਪਣੇ ਲਈ ਹੈਲਪ ਨਹੀਂ ਕਰਦਾ, ਆਪਣਾ ਭਲਾ ਨਹੀਂ ਕਰਦਾ, ਤਾਂ ਆਪਣੇ ਮਨ ਦੇ ਵਿੱਚ ਇਹੀ ਆਉਂਦਾ ਹੈ ਕਿ ਉਹ ਬੰਦੇ ਪ੍ਰਤੀ ਆਪਣੇ ਤਿਰਸਕਾਰ ਦੀ ਭਾਵਨਾ ਪੈਦਾ ਹੁੰਦੀ ਹੈ ਮਨ ਦੇ ਵਿੱਚ ਕਿ ਮੈਂ ਕਿਸੇ ਟਾਈਮ ਇਸ ਦੀ ਮਦਦ ਕੀਤੀ ਪਰ ਇਹਨੇ ਅੱਜ ਮੇਰੀ ਕੋਈ ਮਦਦ ਨਹੀਂ ਕੀਤੀ। ਤਾਂ ਉਹਨਾਂ ਨੇ ਇੱਥੇ ਇਹ ਗੱਲ ਕਹੀ ਹੈ ਕਿ ਭਾਣਾ, ਕਿ ਰੱਬ ਦਾ ਭਾਣਾ ਮੰਨਣਾ ਚਾਹੀਦਾ ਕਿ ਉਹ ਚੀਜ਼ ਤੁਹਾਡੀ ਕਿਸਮਤ ਵਿੱਚ ਨਹੀਂ ਸੀ, ਰੱਬ ਨੇ ਨਹੀਂ ਲਿਖੀ ਸੀ, ਇਸ ਕਰਕੇ ਨਹੀਂ ਹੋਈ। ਤਾਂ ਹਰ ਇੱਕ ਜਿਹੜੇ ਹੈਗੇ ਆ ਪਲ ਦੇ ਵਿੱਚ ਤੁਹਾਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਕਿ ਭਾਣਾ ਮੰਨ ਲੈਣਾ ਚਾਹੀਦਾ ਕਿ ਪਰਮਾਤਮਾ ਜੋ ਵੀ ਦੇ ਰਿਹਾ ਤੁਹਾਨੂੰ ਉਹ ਪਰਮਾਤਮਾ ਦੀ ਦੇਣ ਹੈ। ਜੇ ਤੁਹਾਡਾ ਕਿਸੇ ਨੇ ਤੁਸੀਂ ਕਿਸੇ ਦਾ ਭਲਾ ਕੀਤਾ, ਬਦਲੇ ਵਿੱਚ ਉਹਨੇ ਤੁਹਾਨੂੰ ਕੁਝ ਨਹੀਂ ਦਿੱਤਾ, ਜਾਂ ਬਦਲੇ ਵਿੱਚ ਔਖੇ ਸਮੇਂ ਦੇ ਵਿੱਚ ਤੁਹਾਡੀ ਕਿਸੇ ਨੇ ਹੈਲਪ ਨਹੀਂ ਕੀਤੀ, ਤਾਂ ਉਸਨੂੰ ਰੱਬ ਦਾ ਭਾਣਾ ਮੰਨਣਾ ਚਾਹੀਦਾ, ਕਿਉਂਕਿ ਇਸ ਚੀਜ਼ ਨਾਲ, ਇਸ ਨੂੰ ਮਨ ਦੇ ਵਿੱਚ ਵਿਚਾਰਨ ਨਾਲ ਮਨ ਦੇ ਵਿੱਚ ਹੰਕਾਰ ਤੇ ਦੁਸ਼ਮਣੀ ਦੇ ਭਾਵ ਅਤੇ ਵੈਰ ਵਿਰੋਧ ਨਹੀਂ ਪੈਦਾ ਹੁੰਦਾ, ਤੇ ਮਨ ਦਾ ਜਿਹੜਾ ਮਨੁੱਖੀ ਮਨ ਦਾ ਆਚਰਣ ਹੈ ਸੁੱਚਾ ਤੇ ਪਵਿੱਤਰ ਹੀ ਬਣਿਆ ਰਹਿੰਦਾ ਹੈ। ਅੱਗੇ ਹੈ ਸੁੱਚੇ ਆਚਰਣ ਵਾਲਿਆਂ ਦੀ ਸਰਲਤਾ ਤੇ ਸਾਦਗੀ ਦੀ ਪਛਾਣ, ਕਿਉਂਕਿ ਉਹ ਮਨ ਦੇ ਬੜੇ ਸਾਫ਼ ਹੁੰਦੇ ਨੇ ਤੇ ਉਹ ਮਿੱਠਾ ਬੋਲਦੇ ਨੇ, ਕਦੇ ਵੀ ਕਿਸੇ ਨੂੰ ਜੋ ਹੈ ਉਹ ਉੱਚਾ ਨਹੀਂ ਬੋਲਦੇ ਤੇ ਦੂਜਿਆਂ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦੇ ਨੇ। ਇਹੀ ਉਹਨਾਂ ਦਾ ਉੱਚਾ ਤੇ ਸੁੱਚਾ ਆਚਰਣ ਵਿਦਮਾਨ ਕਰਦੇ ਨੇ। ਅੱਗੇ ਸਿਫਤ ਸਲਾਹ ਪਾ ਕੇ ਜੀਵਨ ਕਿਵੇਂ ਪ੍ਰਕਾਸ਼ਮਾਨ ਹੁੰਦਾ ਹੈ। ਕਹਿੰਦੇ ਨੇ ਕਿ ਸਿਫਤ ਸਲਾਹ ਪਾ ਕੇ ਜੀਵਨ ਦਾ ਇੱਕ ਬਹੁਤ ਹੀ ਇਹ ਮਹੱਤਵਪੂਰਨ ਅੰਗ ਹੈ। ਸਭ ਕੁਝ ਜਿੰਦਾ ਰੱਖਣਾ, ਮਤਲਬ ਜਦੋਂ ਆਪਾਂ ਸਿਫਤ ਸਲਾਹ ਪ੍ਰਾਪਤ ਕਰਦੇ ਹਾਂ ਤਾਂ ਆਪਾਂ ਨੂੰ ਕੁਝ ਕੁ ਜਿਹੜੀਆਂ ਪੋਜ਼ੀਟਿਵਿਟੀ ਜੀ ਮਿਲਦੀ ਹੈ ਕਿ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ। ਜਦੋਂ ਆਪਣੀ ਕੋਈ ਸਿਫਤ ਕਰਦਾ ਤਾਂ ਆਪਾਂ ਉਸ ਤੋਂ ਬਾਅਦ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜਦੋਂ ਕਿਸੇ ਦਾ ਤਿਰਸਕਾਰ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਨੈਗੇਟਿਵਿਟੀ ਆਉਂਦੀ ਹੈ, ਤਾਂ ਉਹ ਆਪਣੇ ਆਪ ਨੂੰ ਕਮਜ਼ੋਰ ਤੇ ਨਿਮਾਣਾ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਹ ਤਿਰਸਕਾਰ ਦਾ ਭਾਵ ਬਣਦਾ ਉਹ ਇੱਕ, ਆਪਾਂ ਕਹਿ ਸਕਦੇ ਹਾਂ ਕਿ ਉਸਨੂੰ ਹੈਲਪਲੈਸ ਹੋ ਜਾਂਦਾ ਹੈ ਤੇ ਉਹਨੂੰ ਲੱਗਦਾ ਕਿ ਹਰ ਕੋਈ ਮੇਰੇ ਤੇ ਤਰਸ ਕਰੇ। ਤਾਂ ਜਦੋਂ ਆਪਾਂ ਕਿਸੇ ਦੀ ਸਿਫਤ ਸਲਾਹ ਕਰਦੇ ਤਾਂ ਉਹਨੂੰ ਲੱਗਦਾ ਕਿ ਹਾਂ, ਜਦੋਂ ਆਪਾਂ ਉਸਦੀ ਸਿਫਤ ਸਲਾਹ ਕਰਦੇ ਹਾਂ ਤਾਂ ਉਹਨੂੰ ਲੱਗਦਾ ਮੈਂ ਵਧੀਆ ਕਰ ਰਿਹਾ ਤੇ ਉਸ ਤੋਂ ਅੱਗੇ ਵੀ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹਨਾਂ ਭਾਵਾਂ ਨੂੰ ਉਹਨਾਂ ਨੇ ਪ੍ਰਗਟ ਕੀਤਾ। ਕਿਰਤ ਤੇ ਮਿੱਠਾ ਬੋਲਣਾ ਜਿਹੜਾ ਹੈਗਾ ਤੁਹਾਡਾ ਚੈਪਟਰ, ਉਹਨਾਂ ਦਾ ਨਾਂ ਦੋ ਚੀਜ਼ਾਂ ਨੂੰ ਮਿਲਾ ਕੇ ਬਣਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਰਤ ਕਰਨ ਨਾਲ, ਮਿਹਨਤ ਕਰਨ ਨਾਲ ਸਾਡੇ ਮਨ ਦੇ ਅੰਦਰ ਨਿਮਰਤਾ ਭਾਵ ਪੈਦਾ ਹੁੰਦੇ ਆ, ਤੇ ਜਿਸ ਦੇ ਨਾਲ ਨਿਮਰਤਾ, ਮਨ ਦੇ ਅੰਦਰੋਂ ਨਿਮਰਤਾ ਆਉਣ ਨਾਲ ਜਿਹੜੀ ਸਾਡੀ ਬੋਲੀ ਹੈ ਉਹ ਮਿੱਠੀ ਹੋ ਜਾਂਦੀ ਹੈ ਤੇ ਦੂਜਿਆਂ ਨੂੰ ਉਹ ਜ਼ਿੰਦਗੀ ਜਿਉਣ ਦੇ ਹੋਰ ਸਵਾਦ ਪੈਦਾ ਕਰਦੀ ਹੈ। ਇਸੇ ਕਰਕੇ ਇਹਦਾ ਨਾਮ ਰੱਖਿਆ ਗਿਆ ਕਿਰਤ ਤੇ ਮਿੱਠਾ ਬੋਲਣਾ। ਦੋ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਹੈਗਾ ਇਹ ਚੈਪਟਰ ਬਣਦਾ ਹੈ। ਤਾਂ ਇੱਥੇ ਆਪਣੇ ਜਿਹੜੇ ਹੈਗੇ ਥੋੜ੍ਹੇ ਜਿਹੇ ਲੌਂਗ ਕੁਐਸਚਨ ਤੇ ਸ਼ਾਰਟ ਦੋਨੇ ਹੀ ਕੰਪਲੀਟ ਹੁੰਦੇ ਆ। ਆਬਜੈਕਟਿਵ ਤੇ ਸਬਜੈਕਟਿਵ ਦੋਨੇ ਜਿਹੜੇ ਤੁਹਾਡੇ ਅੱਜ ਦੇ ਚੈਪਟਰ ਦੇ ਵਿੱਚ ਇਹ ਦੋਨੋਂ ਪੂਰਾ ਫੁੱਲੀ ਜਿਹੜਾ ਹੈਗਾ ਚੈਪਟਰ ਤੁਹਾਡਾ ਕੰਪਲੀਟ ਹੋ ਚੁੱਕਿਆ। ਤੇ ਕੱਲ ਆਪਾਂ ਫਿਰ ਅਗਲਾ ਚੈਪਟਰ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।